ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਵੀਡੀਓ ਦੇ ਵਿੱਚ। ਤਾਂ ਹੁਣ ਆਪਾਂ ਕਰਨ ਜਾ ਰਹੇ ਹਾਂ ਮੈਟਲ ਤੇ ਨੋਨ ਮੈਟਲ ਦਾ ਜਿਹੜਾ ਸਮਝ ਲਓ ਲਾਸਟ ਵਾਲਾ ਹੀ ਲੈਕਚਰ ਹੈ। ਠੀਕ ਹੈ, ਇਹਦੇ ਵਿੱਚ ਬੇਸਿਕ ਕਲੀਅਰ ਕਰ ਦੂੰਗਾ ਮੈਂ। ਤੁਹਾਡੇ ਜਿਹੜੇ ਰਹਿ ਗਏ ਸੀ ਆਪਣੇ ਫਸਟ ਲੈਕਚਰ ਦੇ ਵਿੱਚ, ਜਿਨ੍ਹਾਂ ਨੇ ਨਹੀਂ ਦੇਖੇ ਲਾਸਟ ਵਾਲੇ 'ਚ, ਤਾਂ ਦੇਖ ਲਓ ਜਿਹੜਾ ਕੱਲ ਲਗਾਇਆ ਸੀਗਾ। ਤਾਂ ਸ਼ੁਰੂ ਕਰਦੇ ਹਾਂ ਆਪਾਂ 6th ਜਾਂ 7th ਤੱਕ ਇਹਨਾਂ ਦੀ ਡੈਂਸਿਟੀ ਕਰ ਲਈ ਸੀ। ਠੀਕ ਹੈ, ਡੈਂਸਿਟੀ ਇਹਨਾਂ ਦੀ ਕਰ ਲਈ ਸੀ ਕਿ ਮੈਟਲ ਤੇ ਨੋਨ ਮੈਟਲ ਦੀ ਕੀ ਹੁੰਦੀ ਹੈ। ਡੈਂਸਿਟੀ ਦਾ ਮਤਲਬ ਵੋਲੀਅਮ, ਮਾਸ ਆਪਣਾ। ਠੀਕ ਹੈ, ਜਿਹਨੂੰ ਤੁਸੀਂ ਇਹ ਵੀ ਕਹਿ ਦਿੰਦੇ ਹੋ ਕਿ ਘਣਤਾ। ਇਹ ਆਪਾਂ ਇੱਥੋਂ ਤੱਕ ਕਰ ਚੁੱਕੇ ਸੀ। ਅੱਜ ਆਪਾਂ ਕਰਨਾ ਹੈ ਅੱਗੋਂ। ਬਿਲਕੁਲ ਸੌਖਾ ਹੈ, ਅੱਗੋਂ ਵੀ ਬਹੁਤ ਸੌਖਾ ਹੈ। ਠੀਕ ਹੈ, 8ਵੇਂ ਨੰਬਰ ਤੇ ਆਪਣੇ ਕੋਲ ਕੀ ਆਂਦਾ? 8ਵੇਂ ਨੰਬਰ ਤੇ ਆਪਣੇ ਕੋਲ ਕੀ ਆਂਦਾ? 8ਵੇਂ ਨੰਬਰ ਤੇ ਆਂਦਾ ਆਪਣੇ ਕੋਲ ਬ੍ਰਿਟਲਨੈਸ। ਠੀਕ ਹੈ, ਬ੍ਰਿਟਲਨੈਸ ਇਹ ਹੁੰਦੀ ਕੀ ਹੈ ਆਪਣੇ ਕੋਲੇ? ਬ੍ਰਿਟਲਨੈਸ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਜ਼ੋਰ ਲਾਉਣ ਤੇ ਟੁੱਟ ਜਾਣ ਵਾਲੀ। ਜ਼ੋਰ ਲਾਉਣ ਤੇ ਟੁੱਟ ਜਾਣ ਵਾਲੀ। ਟੁੱਟ ਜਾਣ ਵਾਲੀ। ਜ਼ੋਰ ਲਾਉਣ ਤੇ ਮੀਨਸ ਇਹ ਨਹੀਂ ਕਿ ਇਹ ਤਾਂ ਹੈ ਕਿ ਹੁਣ ਕਿਸੇ ਵੀ ਚੀਜ਼ ਤੇ ਜੇ ਤੁਸੀਂ ਜ਼ੋਰ ਲਾਓਗੇ ਤਾਂ ਓਬਵੀਅਸ ਹੈ ਕਿ ਉਹਨੇ ਟੁੱਟਣਾ ਹੀ ਟੁੱਟਣਾ। ਪਰ ਹੁਣ ਜਿਵੇਂ ਗੋਲਡ ਤੇ ਤੁਸੀਂ ਜ਼ੋਰ ਲਾ ਲਓਗੇ ਤੇ ਇਹ ਕੀ ਹੈ, ਜੋ ਜ਼ੋਰ ਲਾਓਗੇ ਇਹਦੀਆਂ ਜ਼ਿਆਦਾ ਸ਼ੀਟਸ ਬਣ ਜਾਣਗੀਆਂ। ਠੀਕ ਹੈ, ਤੇ ਜਾਂ ਇਹ ਕੀ ਹੈ, ਬੈਂਡ ਹੋ ਜਾਊਗਾ। ਇਹੀ ਹੁੰਦਾ ਨਾ ਕਿ ਇਹ ਚਪਟਾ ਹੋ ਜਾਊਗਾ, ਜਮਾਂ ਹੀ ਮੈਲੀਏਬਲ ਹੁੰਦਾ। ਇਹ ਦੱਸਿਆ ਸੀ ਨਾ ਮੈਂ। ਤੇ ਹੁਣ ਆਪਾਂ ਗੱਲ ਕਰਦੇ ਹਾਂ ਪਹਿਲਾਂ ਇਧਰ ਮੈਟਲ ਵਾਲੇ ਪਾਸੇ। ਠੀਕ ਹੈ, ਮੈਟਲ ਕੀ ਹੁੰਦੇ ਆਪਣੇ ਕੋਲ? ਮੈਟਲਸ ਆਰ ਹਾਰਡ। ਤਾਂ ਕਰਕੇ ਇਹਨਾਂ ਨੂੰ ਬ੍ਰਿਟਲਨੈਸ ਹੈ ਜਿਹੜੀ ਇਹਨਾਂ ਦੀ ਬਹੁਤ ਜ਼ਿਆਦਾ ਕਹਿ ਲਓ ਘੱਟ ਹੈ। ਠੀਕ ਹੈ, ਜ਼ੋਰ ਲਾਉਣ ਤੇ ਟੁੱਟਦੇ ਨਹੀਂ ਛੇਤੀ ਕਿਤੇ। ਮੈਟਲਸ ਆਰ ਹਾਰਡ। ਮੈਟਲਸ ਆਰ। ਤੇ ਇਹਦੇ ਵਿੱਚ ਐਕਸੈਪਸ਼ਨ ਫੇਰ ਆ ਗਈ ਆਪਣੇ ਕੋਲੇ। ਐਕਸੈਪਸ਼ਨ ਕੀ ਹੈ? ਜ਼ਿੰਕ ਟੁੱਟ ਜਾਂਦਾ ਆਪਣਾ। ਠੀਕ ਹੈ, ਹੁਣ ਆ ਗਿਆ ਆਪਣੇ ਕੋਲ ਨੋਨ ਮੈਟਲ। ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਸੌਖਾ ਹੀ ਹੈ, ਜ਼ਿਆਦਾ ਔਖਾ ਨਹੀਂ ਹੈਗਾ ਕਨਸੈਪਟ। ਨੋਨ ਮੈਟਲ ਦੇ ਵਿੱਚ ਕੀ ਆਊਗਾ ਆਪਣੇ ਕੋਲੇ? ਇਹਦੇ ਵਿੱਚ ਆਊਗਾ ਕਿ ਇਹ ਸਾਰੇ ਹੀ ਬ੍ਰਿਟਲ ਹੁੰਦੇ ਆ। ਦੇ ਆਰ ਬ੍ਰਿਟਲ। ਆਸਾਨੀ ਨਾਲ ਜਿਹੜੇ ਕੀ ਹੈ ਟੁੱਟ ਜਾਂਦੇ ਆ। ਠੀਕ ਹੈ, ਹੁਣ ਐਕਸੈਪਸ਼ਨ ਫੇਰ ਆ ਗਈ ਆਪਣੇ ਕੋਲੇ। ਐਕਸੈਪਸ਼ਨ 'ਚ ਕੀ ਆਊਗਾ? ਜਿੰਨੀਆਂ ਵੀ ਸਾਰੀਆਂ ਗੈਸਿਸ ਆ। ਹੁਣ ਗੈਸਿਸ ਨੂੰ ਕੀ ਤੁਸੀਂ ਤੋੜ ਸਕਦੇ ਹੋ? ਨਹੀਂ, ਟੁੱਟਣੀਆਂ ਕੀ ਆ, ਉਹਨਾਂ ਦੀ ਤਾਂ ਕੋਈ ਸ਼ੇਪ ਹੀ ਨਹੀਂ ਹੁੰਦੀਗੀ। ਠੀਕ ਹੈ, ਜਿਹੜਾ ਤੁਸੀਂ ਜ਼ੋਰ ਲਾਓਗੇ ਜਾਂ ਟੁੱਟ ਜਾਣਗੀਆਂ ਉਹ ਤਾਂ ਪਹਿਲਾਂ ਹੀ ਜਿਹੜੀਆਂ ਵਿਰਲੀਆਂ ਹੁੰਦੀਆਂ ਇੰਨੀਆਂ ਜ਼ਿਆਦਾ। ਚਲੋ ਹੁਣ ਚੱਲਦੇ ਹਾਂ ਅੱਗੇ ਆਪਾਂ। ਹੁਣ ਆਪਣੇ ਕੋਲ ਕੀ ਹੈ? ਅਲੋਏ ਫਾਰਮੇਸ਼ਨ ਮੋਸਟ ਇੰਪੋਰਟੈਂਟ ਹੈ ਇਹ। ਠੀਕ ਹੈ, ਧਿਆਨ ਰੱਖਿਓ। ਇਹ ਹੁੰਦਾ ਕੀ ਹੈ ਮੈਂ ਦੱਸ ਦੇਣਾ ਉਹਨੇ, ਬਸ ਨਾਮ ਹੀ ਨੋਟ ਕਰ ਲਓ ਆਪਦਾ। ਅਲੋਏ ਫਾਰਮੇਸ਼ਨ। ਅਲੋਏ ਫਾਰਮੇਸ਼ਨ ਦਾ ਮਤਲਬ ਕੀ ਹੈ ਕਿ ਪੰਜਾਬੀ 'ਚ ਜਿਹਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਮਿਸ਼ਰਿਤ ਧਾਤੂ ਨਿਰਮਾਣ। ਮਿਸ਼ਰਿਤ ਧਾਤੂ ਨਿਰਮਾਣ। ਹੁਣ ਇਹਦਾ ਕੀ ਮਤਲਬ ਬਣਿਆ ਕਿ ਕੋਈ ਇਹੋ ਜਿਹੀ ਚੀਜ਼ਾਂ ਨਾਲ ਬਣਨਾ, ਦੋ ਜਾਂ ਦੋ ਤੋਂ ਵੱਧ ਚੀਜ਼ਾਂ ਨਾਲ ਮਿਲ ਕੇ ਕੋਈ ਨਵੀਂ ਚੀਜ਼ ਬਣ ਜਾਂਦੀ ਹੈ ਜਿਵੇਂ। ਠੀਕ ਹੈ, ਹੁਣ ਜਿਵੇਂ ਇਹਦੀ ਐਗਜ਼ਾਮਪਲ ਕੀ ਹੈ ਆਪਣੀ ਮੈਟਲ ਦੇ ਵਿੱਚ ਲੈ ਲੈਂਦੇ ਹਾਂ। ਚਲੋ ਪਹਿਲਾਂ ਮੈਟਲ ਦੀ ਅਲੋਏ ਫਾਰਮੇਸ਼ਨ ਹੁੰਦੀ ਰਹਿੰਦੀ ਹੈ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਿਓ ਕਿ ਮੈਟਲ ਅਲੋਏ ਫਾਰਮੇਸ਼ਨ ਹੁੰਦੀ ਰਹਿੰਦੀ ਹੈ। ਕਿਵੇਂ? ਹੁਣ ਜਿਵੇਂ ਸਟੇਨਲੈਸ ਸਟੀਲ ਹੈ। ਸਟੇਨਲੈਸ ਸਟੀਲ ਹੈ ਜਿਹੜੀ। ਠੀਕ ਹੈ, ਇਹਦੇ ਵਿੱਚ ਕੀ ਕੀ ਹੁੰਦਾ ਆਪਣੇ ਕੋਲ? ਨਿਕਲ ਹੁੰਦਾ, Ni ਨਿਕਲ ਹੋ ਗਿਆ ਆਪਣੇ ਕੋਲ, Cr ਕ੍ਰੋਮੀਅਮ ਹੋ ਗਿਆ ਤੇ ਆਇਰਨ ਹੋ ਗਿਆ। ਇਹ ਸਾਰੀਆਂ ਚੀਜ਼ਾਂ ਤੋਂ ਮਿਲ ਕੇ ਬਣਦੀ ਹੈ। ਮਤਲਬ ਇਹਦਾ ਅਲੋਏ ਫਾਰਮੇਸ਼ਨ ਹੁੰਦਾ, ਬਹੁਤ ਸਾਰੀਆਂ ਧਾਤਾਂ ਮਿਲ ਕੇ ਇਹਨੂੰ ਕੀ ਬਣਾਉਂਦੀਆਂ? ਸਟੇਨਲੈਸ ਸਟੀਲ ਬਣਾ ਦਿੰਦੀਆਂ। ਠੀਕ ਹੈ, ਤਾਂ ਮੈਟਲਸ ਦਾ ਅਲੋਏ ਫਾਰਮੇਸ਼ਨ ਹੁੰਦਾ। ਇੰਨਾ ਕਲੀਅਰ ਹੋ ਗਿਆ ਹੁਣ ਆਪਣੇ ਕੋਲੇ। ਹੁਣ ਅੱਗੋਂ ਕੀ ਹੈ ਆਪਣੇ ਕੋਲੇ? ਹੁਣ ਕਰਦੇ ਹਾਂ ਨੋਨ ਮੈਟਲ ਦੀ ਗੱਲ। ਠੀਕ ਹੈ, ਨੋਨ ਮੈਟਲ ਦੀ ਗੱਲ ਕਰਦੇ ਆਪਾਂ। ਹੁਣ ਜਿਵੇਂ ਜਰਮਨ ਸਿਲਵਰ ਵੀ ਲਾ ਲਓ। ਠੀਕ ਹੈ, ਇਹਦੇ ਵਿੱਚ ਹੀ ਜਿਹੜਾ ਜਰਮਨ ਸਿਲਵਰ ਹੁੰਦਾ ਨਾ, ਉਹ ਕਦਾ ਬਣਦਾ ਆਪਣੇ ਕੋਲੇ? ਕੋਪਰ ਦਾ। ਉਸ ਤੋਂ ਬਾਅਦ ਕੀ ਹੈ? ਜ਼ਿੰਕ, ਨਿਕਲ। ਠੀਕ ਹੈ, Ni ਨਿਕਲ, ਇਹਨਾਂ ਦਾ ਬਣਦਾ ਜਰਮਨ ਸਿਲਵਰ। ਹੁਣ ਆ ਗਏ ਨੋਨ ਮੈਟਲ। ਨੋਨ ਮੈਟਲ ਜਿਹੜੇ ਮੈਟਲ ਹੈ ਸਾਰੇ ਅਲੋਏ ਫਾਰਮੇਸ਼ਨ ਕਰਦੇ ਆ ਨਾ, ਤਾਂ ਇਹਦੇ ਵਿੱਚ ਕੀ ਹੈ? ਡੂ ਨਾਟ ਫਾਰਮ ਅਲੋਏ ਫਾਰਮੇਸ਼ਨ। ਡੂ ਨਾਟ ਫਾਰਮ ਅਲੋਏ ਫਾਰਮੇਸ਼ਨ। ਪਰ ਇੱਕ ਇਹਦੇ ਵਿੱਚ ਐਕਸੈਪਸ਼ਨ ਹੈਗੀ ਆ ਜਿਹੜੀ ਮੋਸਟ ਇੰਪੋਰਟੈਂਟ ਹੈ। ਠੀਕ ਹੈ, ਉਹ ਹੈਗੀ ਹੈ ਕਾਰਬਨ। ਹੁਣ ਕਾਰਬਨ ਕਿਹਨੂੰ ਮਿਲ ਕੇ ਕਾਰਬਨ, ਜਿਹੜਾ ਕਾਰਬਨ ਨੂੰ ਮਿਲਾ ਕੇ ਆਪਾਂ ਕੀ ਬਣਾ ਸਕਦੇ ਹਾਂ? ਹੁਣ ਤੁਸੀਂ ਇਹ ਨਾ ਕਹਿ ਦਿਓ ਕਿ ਡਾਇਮੰਡ। ਠੀਕ ਹੈ, ਮੰਨਦੇ ਆ ਡਾਇਮੰਡ ਬਣਿਆ ਹੁੰਦਾ, ਪਰ ਉਹ ਇਕੱਲੇ ਕਾਰਬਨ ਦਾ ਬਣਿਆ ਹੁੰਦਾ। ਮੈਂ ਕਿਹਾ ਕਿ ਅਲੋਏ ਫਾਰਮੇਸ਼ਨ ਦਾ ਮਤਲਬ ਇਹ ਹੈ ਕਿ ਦੋ ਤਿੰਨ ਚੀਜ਼ਾਂ ਜੋੜ ਕੇ ਕੋਈ ਨਵੀਂ ਚੀਜ਼ ਜਿਵੇਂ ਬਣ ਜਾਂਦੀ ਹੈ। ਮਿਸ਼ਰਿਤ ਧਾਤ ਜਿਹਨੂੰ ਕਹਿ ਦਿੰਦੇ ਆ। ਠੀਕ ਹੈ, ਹੁਣ ਜਿਵੇਂ ਸਟੇਨਲੈਸ ਸਟੀਲ ਬਣੀ ਸੀਗੀ, ਇਹਨਾਂ ਸਾਰੇ ਨਿਕਲ ਤੇ ਸਾਰਿਆਂ ਦੀ ਬਣੀ ਹੋਈ ਹੈ, ਕ੍ਰੋਮੀਅਮ ਤੇ ਆਇਰਨ ਦੀ। ਉਵੇਂ ਜਰਮਨ ਸਿਲਵਰ ਬਣਿਆ। ਠੀਕ ਹੈ, ਹੁਣ ਕਾਰਬਨ ਨੂੰ ਕਿੰਨੇ ਚ ਮਿਲਾਇਆ ਜਾਂਦਾ? ਕਿ ਹੁਣ ਕਾਰਬਨ ਨੂੰ ਵੀ ਸਟੇਨਲੈਸ ਸਟੀਲ ਦੇ ਵਿੱਚ ਯੂਜ਼ ਕੀਤਾ ਜਾਂਦਾ, ਪਰ ਬਹੁਤ ਜਿਹੜਾ ਲੋਐਸਟ ਕੁਆਂਟੀਟੀ ਦੇ ਵਿੱਚ। ਠੀਕ ਹੈ, ਤਾਂ ਕਰਕੇ ਇੱਥੇ ਨਾਮ ਨਹੀਂ ਲਿਖਿਆ ਸੀ।
ਲੋਐਸਟ ਕੁਆਂਟੀਟੀ ਦੇ ਵਿੱਚ ਯੂਜ਼ ਹੁੰਦਾ। ਕਾਰਬਨ ਕੀ ਹੈ ਨੋਨ ਮੈਟਲ ਹੈ ਪਰ ਇਹ ਅਲੋਏ ਫਾਰਮੇਸ਼ਨ ਕਰਦਾ ਹੈ, ਬਾਕੀ ਨੋਨ ਮੈਟਲ ਨਹੀਂ ਕਰਦੇ। ਚਲੋ ਹੁਣ ਅੱਗੇ ਚੱਲਦੇ ਆਪਾਂ। ਅੱਗੇ ਆਪਣੇ ਕੋਲ ਕੀ ਹੈ, ਅਗਲਾ ਵੀ ਬਹੁਤ ਵਧੀਆ ਅਗਲਾ ਨੰਬਰ 10। ਨੰਬਰ 10 ਵਾਲੇ ਚ ਆਪਣੇ ਕੋਲ ਕੀ ਹੈ, ਥਰਮਲ ਐਂਡ ਲਿਖ ਦਿੰਦਾ ਮੈਂ, ਥਰਮਲ ਐਂਡ ਇਲੈਕਟ੍ਰੀਕਲ ਕੰਡਕਟਿਵਿਟੀ। ਠੀਕ ਹੈ, ਸਪੈਲਿੰਗ ਵੈਸੇ ਸੌਖੀ ਹੁੰਦੀ ਹੈ, ਲਿਖ ਲਿਆ ਕਰੋ ਤੁਸੀਂ, AL ਹੈ ਇੱਥੇ। ਹੁਣ ਇਹਦੇ ਵਿੱਚ ਕੀ ਆਊਗਾ, ਆਪਾਂ ਇਹ ਦੱਸਣਾ ਹੈ ਕਿ ਇੱਥੇ ਹੀਟ, ਇੱਥੇ ਗੱਲ ਕੀਤੀ ਗਈ ਹੈ ਹੀਟ ਐਂਡ ਇਲੈਕਟ੍ਰਿਸਿਟੀ ਦੀ, ਜ਼ਿਆਦਾ ਨਾ ਕਨਫਿਊਜ਼ ਹੋਈ ਚੱਲਿਓ। ਠੀਕ ਹੈ, ਇਹਦੇ ਵਿੱਚ ਆਪਾਂ ਦੱਸਣਾ ਕੀ ਹੈ ਕਿ ਕਿਹੜੇ ਗੁੱਡ ਕੰਡਕਟਰ ਆਫ ਹੀਟ ਹੁੰਦੇ ਆ ਤੇ ਕਿਹੜੇ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਹੁੰਦੇ ਆ। ਠੀਕ ਹੈ, ਤਾਂ ਪਹਿਲਾਂ ਆਪਾਂ ਗੱਲ ਕਿਹਨਾਂ ਦੀ ਕਰਾਂਗੇ, ਪਹਿਲਾਂ ਆਪਾਂ ਗੱਲ ਕਰਾਂਗੇ ਮੈਟਲਸ ਦੀ। ਮੈਟਲਸ ਕੀ ਹੁੰਦੇ ਆਪਣੇ ਕੋਲ, ਮੈਟਲਸ ਆਰ ਗੁੱਡ ਕੰਡਕਟਰ ਆਫ ਹੀਟ ਐਂਡ, ਠੀਕ ਹੈ, ਇਲੈਕਟ੍ਰਿਸਿਟੀ, ਇਹ ਦੋਨਾਂ ਦੇ ਗੁੱਡ ਕੰਡਕਟਰ ਹੁੰਦੇ ਆ ਜਿਹੜੇ ਮੈਟਲ ਹੁੰਦੇ ਆ। ਹੁਣ ਐਕਸੈਪਸ਼ਨ ਇਹਦੇ ਵਿੱਚ ਵੀ ਹੈਗੀ ਹੈ। ਐਕਸੈਪਸ਼ਨ ਚ ਕੀ ਆਊਗਾ, ਲੈਡ ਤਾਂ ਵੈਸੇ ਡਲ ਹੀ ਹੁੰਦਾ ਨਾ, ਇਹ ਕੀ ਹੈ ਗੁੱਡ ਕੰਡਕਟਰ ਨਹੀਂ ਹੁੰਦਾ। ਠੀਕ ਹੈ, ਲੈਡ ਤੇ ਮਰਕਰੀ ਵੀ ਲਾ ਲਓ ਨਾਲ ਹੀ, ਇਹਦੇ ਮਰਕਰੀ ਵੀ ਗੁੱਡ ਕੰਡਕਟਰ ਨਹੀਂ ਹੁੰਦਾ, ਇਹ ਦੋਨੋਂ ਆ। ਠੀਕ ਹੈ, ਹੁਣ ਕਿਵੇਂ ਹੁੰਦੇ ਆ, ਜਿਵੇਂ ਗੁੱਡ ਕੰਡਕਟਰ ਕਿਵੇਂ ਹੁੰਦੇ, ਲਓ ਹੁਣੇ ਦੱਸ ਦਿੰਦਾ ਮੈਂ। ਜੇ ਹੀਟ ਦਾ ਕਹੋਗੇ ਕਿਵੇਂ ਹੁੰਦੇ ਆ, ਹੀਟ ਦੇ ਘਰ ਦੇ ਵਿੱਚ ਬਰਤਨ ਹੁੰਦੇ ਆ, ਉਹ ਗੁੱਡ ਕੰਡਕਟਰ ਹੁੰਦੇ ਆ ਨਾ, ਹੀਟ ਉਹਨਾਂ ਦੇ ਵਿੱਚੋਂ ਉਹ ਗਰਮ ਹੋ ਜਾਂਦੇ ਚੰਗੀ ਤਰ੍ਹਾਂ, ਤੁਹਾਡੇ ਯੂਜ਼ ਦੇ ਵਿੱਚ ਆਉਂਦੇ ਆ। ਉਵੇਂ ਇਲੈਕਟ੍ਰਿਸਿਟੀ ਚ ਕੀ ਹੈ, ਤਾਰਾਂ ਹੁੰਦੀਆਂ ਜਿਹੜੀਆਂ ਮੈਟਲ ਦੀਆਂ। ਠੀਕ ਹੈ, ਇਹ ਵੀ ਗੁੱਡ ਕੰਡਕਟਰ ਹੁੰਦੀਆਂ ਇਲੈਕਟ੍ਰਿਸਿਟੀ ਦੀਆਂ। ਤੇ ਜਿਹੜੀ ਹੀਟ ਦੀਆਂ ਹੁੰਦੇ ਆ ਉਹ ਬਰਤਨ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ, ਤੇ ਜਿਹੜੇ ਨਹੀਂ ਹੁੰਦੇ ਹੋ ਗਿਆ ਲੈਡ ਤੇ ਮਰਕਰੀ। ਠੀਕ ਹੈ, ਬਾਕੀ ਮੈਟਲਸ ਆਰ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰਿਸਿਟੀ। ਕਲੀਅਰ ਹੈ। ਹੁਣ ਆ ਜਾਓ ਨੋਨ ਮੈਟਲ ਤੇ। ਨੋਨ ਮੈਟਲ ਦਾ ਫਿਰ ਉਵੇਂ ਨੋਨ ਮੈਟਲ ਕੀ ਹੈ, ਡੈਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰਿਸਿਟੀ। ਠੀਕ ਹੈ, ਸਪੈਲਿੰਗ ਤੇ ਕਹਿ ਲਓ ਮੈਂ ਤੇ ਲਿਖੀ ਹੈ ਨਾ, ਤਾਂ ਹੀ ਇਹ ਨਾ ਸੋਚਿਓ ਕਿ, ਕਿਉਂਕਿ ਮੈਨੂੰ ਪਤਾ ਕਿ ਤੁਹਾਨੂੰ ਆਉਂਦੇ ਹੀ ਹੈ ਸਾਰੇ। ਹੁਣ ਇਹਦੇ ਵਿੱਚ ਇੱਕ ਮੇਨ ਐਕਸੈਪਸ਼ਨ ਹੈ ਜਿਹੜੀ ਮੋਸਟ ਇੰਪੋਰਟੈਂਟ ਹੈ। ਠੀਕ ਹੈ, ਜਿਹੜੀ ਕੀ ਹੈ ਇਹਨਾਂ ਨਾਲ ਮੇਲ ਨਹੀਂ ਖਾਦੀ ਨੋਨ ਮੈਟਲ ਦੇ ਨਾਲ। ਐਕਸੈਪਸ਼ਨ ਕੀ ਹੈ ਆਪਣੇ ਕੋਲੇ, ਉਹ ਹੈਗੀ ਹੈ ਗ੍ਰੈਫਾਈਟ। ਠੀਕ ਹੈ, ਗ੍ਰੈਫਾਈਟ ਕੀ ਹੈ, ਗ੍ਰੈਫਾਈਟ ਹੈਗਾ ਵਿਚ ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਠੀਕ ਹੈ, ਹੁਣ ਜੇ ਤੁਹਾਨੂੰ ਕਹਿ ਦੇਣ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਨੋਨ ਮੈਟਲ ਹੈ ਜਿਹੜਾ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ ਹੈ, ਤਾਂ ਉੱਥੇ ਗ੍ਰੈਫਾਈਟ ਆਪਸ਼ਨ ਹੋਗੀ, ਉਹਦੇ ਤੇ ਟਿਕ ਕਰਿਆ ਆਇਓ। ਠੀਕ ਹੈ, ਰਾਈਟ ਆਂਸਰ ਕੀ ਆਊਗਾ, ਗ੍ਰੈਫਾਈਟ। ਹੁਣ ਆ ਗਿਆ ਆਪਣੇ ਕੋਲੇ ਇੱਕ ਹੋਰ। ਹੁਣ ਦੇਖੋ ਬੜਾ ਵਧੀਆ ਹੁਣ ਕਹਿ ਲਓ ਟੌਪਿਕ ਹੈ ਇਹ ਜਿਹੜਾ 11ਵੇਂ ਵਾਲਾ, ਸਮਝੋ ਇਹ ਲਾਸਟ ਹੀ ਹੈ ਬਸ ਇਹ ਵਾਲਾ। ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਜਿਹੜੀ ਇਹਨਾਂ ਦੀ ਕੈਮੀਕਲ ਕਰਾਉਂਗਾ, ਪ੍ਰੋਪਰਟੀ ਕਿਹੜੀਆਂ ਹੁੰਦੀਆਂ ਉਹ ਧਿਆਨ ਨਾਲ ਸਮਝ ਲਿਓ ਬਸ ਮਾੜਾ ਜਿਹਾ। ਠੀਕ ਹੈ, ਬਸ ਇਹਦੇ ਵਿੱਚ ਜਿਹੜੀਆਂ ਫਿਜ਼ੀਕਲ ਪ੍ਰੋਪਰਟੀਜ਼ ਆ 11 ਬਹੁਤ ਹੈ, ਸਫੀਸ਼ੀਐਂਟ ਹੈ ਤੁਹਾਡੇ ਲਈ ਨਹੀਂ ਆ। ਹੁਣ ਇਹਦੇ ਵਿੱਚ ਕੀ ਹੈ, ਸੋਨੋਰਸ। ਠੀਕ ਹੈ, ਸੋਨੋਰਸ ਜਾਂ ਇਹਨੂੰ ਕਹਿ ਦਿੰਦੇ ਆ, ਮੰਨ ਕੇ ਚਲੋ ਸੋਨੋਰਸਟੀ। ਠੀਕ ਹੈ, ਸੋਨੋਰਸਟੀ ਜਾਂ ਸੋਨੋਰਸ ਜ਼ਿਆਦਾ ਕਹਿ ਦਿੰਦੇ ਆ। ਹੁਣ ਸੋਨੋਰਸ ਦਾ ਮਤਲਬ ਕੀ ਹੁੰਦਾ, ਪਹਿਲਾਂ ਇਹ ਸਮਝੋ। ਮੈਟਲ ਤੇ ਨੋਨ ਮੈਟਲ ਦੇ ਅੱਗੇ ਜਾਣ ਤੋਂ ਪਹਿਲਾਂ ਇਹ ਸਮਝੋ ਕਿ ਸੋਨੋਰਸ ਕੀ ਹੁੰਦਾ। ਹੁਣ ਜਦੋਂ ਤੁਸੀਂ ਜਿਵੇਂ ਘੰਟੀ ਵਜਾਉਂਦੇ ਆ, ਠੀਕ ਹੈ, ਘੰਟੀ ਦੇ ਵਿੱਚੋਂ ਟਨ ਦੀ ਆਵਾਜ਼ ਆਉਂਦੀ ਹੈ ਨਾ, ਜਿਹੜੀ ਟਨ ਦੀ ਆਵਾਜ਼ ਹੁੰਦੀ ਆ ਉਹਨੂੰ ਕਹਿੰਦੇ ਆ ਸੋਨੋਰਸ। ਹੁਣ ਕਲੀਅਰ ਹੋ ਗਿਆ, ਇਹ ਬਹੁਤ ਵਧੀਆ ਚੀਜ਼ਾਂ ਹੈ, ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਸੋਨੋਰਸ ਕੀ ਹੁੰਦਾ, ਜਿਹੜਾ ਟਨ ਦੀ ਆਵਾਜ਼ ਆਉਂਦੀ ਹੈ ਨਾ ਆਪਣੇ ਕੋਲੇ, ਉਹਨੂੰ ਕਹਿੰਦੇ ਸੋਨੋਰਸ। ਇਹਦੇ ਵਿੱਚ ਤਾਂ ਕੋਈ ਐਕਸੈਪਸ਼ਨ ਹੈ ਹੀ ਨਹੀਂ। ਠੀਕ ਹੈ, ਹੁਣ ਇਹ ਨਾ ਕਹਿ ਦਿਓ ਕਿ ਮੈਂ ਗੱਲ ਕਰ ਰਿਹਾ ਆਵਾਜ਼ ਆਂਦੀ ਹੈ, ਮੈਂ ਕੱਲੀ ਆਵਾਜ਼ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਨੋਨ ਮੈਟਲ ਚੋਂ ਵੀ ਕੋਈ ਨਾ ਕੋਈ ਆਵਾਜ਼ ਆਂਦੀ ਹੋਊਗੀ। ਮੈਂ ਗੱਲ ਕਰ ਰਿਹਾ ਟਨ ਦੀ ਆਵਾਜ਼ ਦੀ। ਠੀਕ ਹੈ, ਇਸ ਚੀਜ਼ ਦਾ ਖਾਸ ਧਿਆਨ ਰੱਖਣਾ, ਉੱਥੇ ਨਾ ਕਨਫਿਊਜ਼ ਹੋ ਜਿਓ। ਤਾਂ ਇੱਥੇ ਕੀ ਹੈ, ਮੈਟਲਸ ਆਰ ਸੋਨੋਰਸ। ਠੀਕ ਹੈ, ਤੇ ਜਿਹੜੇ ਨੋਨ ਮੈਟਲ ਕੀ ਹੈ, ਨੋਟ ਹੈ, ਨੋਨ ਮੈਟਲ ਆਰ ਨੋਟ sonorous।
ਮੈਂ ਰਾਈਟਿੰਗ ਤਾਂ ਨਹੀਂ ਕਹਿ ਲਓ ਸਾਫ਼ ਕਰਦਾ, ਤੁਹਾਡਾ ਵੀ ਟਾਈਮ ਵੇਸਟ ਹੋਊਗਾ ਕਿਉਂਕਿ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੁਣ ਮੈਂ ਕੀ ਇੱਥੇ ਸਾਫ਼ ਕਰਕੇ ਕੀ ਮਿਲੂਗਾ, ਕਿਉਂਕਿ ਤੁਹਾਨੂੰ ਮੈਂ ਇੱਥੇ ਲਿਖ ਕੇ ਦੱਸਿਆ ਹੀ ਹੋਇਆ ਪਹਿਲਾਂ, ਬਸ ਇਹ ਤਾਂ ਦੱਸ ਰਿਹਾ ਕਿ ਤੁਹਾਨੂੰ ਧਿਆਨ 'ਚ ਰਹਿਣ ਚੀਜ਼ਾਂ। ਠੀਕ ਹੈ, ਹੁਣ ਅਗਲਾ ਕਨਸੈਪਟ ਫਿਜ਼ੀਕਲ ਪ੍ਰੋਪਰਟੀਜ਼ ਤੁਹਾਡੀਆਂ ਹੋ ਗਈਆਂ ਖਤਮ। ਹੁਣ ਜੇ ਕੋਈ ਨਿੱਕਾ ਮੋਟਾ ਕੋਈ ਡਾਊਟ ਵੀ ਰਹਿ ਗਿਆ ਤਾਂ ਉਹ ਦੱਸ ਦਿਓ ਮੈਨੂੰ, ਤਾਂ ਆਪਾਂ MCQ ਦੇ ਵਿੱਚ ਕਰ ਲਾਂਗੇ। ਹੁਣ ਆ ਗਈਆਂ ਆਪਣੇ ਕੋਲ ਕੈਮੀਕਲ ਪ੍ਰੋਪਰਟੀਜ਼, ਆ ਧਿਆਨ ਨਾਲ ਸਮਝ ਲਿਓ, ਬਸ ਥੋੜੀਆਂ ਜਿਹੀਆਂ ਇਹ ਨਹੀਂ ਹੁੰਦੇ, ਨੂੰ 11 ਹੈਗੀਆਂ ਤਾਂ 1 ਹੀ ਹੈ ਸਮਝੋ, ਤੇ ਇੱਕ ਚੀਜ਼ ਸਾਰੇ ਮੈਂ ਕਲੀਅਰ ਕਰਾ ਦੂੰਗਾ ਡਾਊਟ। ਮੈਟਲ ਐਂਡ ਨੋਨ ਮੈਟਲ। ਠੀਕ ਹੈ, ਹੁਣ ਦੇਖੋ, ਹੁਣ ਸਭ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਦੇਣਾ ਕਿ ਤੁਹਾਨੂੰ ਆਇਨਸ ਬਾਰੇ ਪਤਾ ਹੋਣਾ ਚਾਹੀਦਾ। ਪਹਿਲਾਂ ਆਇਨਸ ਦਾ ਸੁਣ ਲਓ। ਠੀਕ ਹੈ, ਆਇਨਸ ਕੀ ਹੁੰਦੇ ਆ? ਆਇਨਸ ਦੋ ਤਰ੍ਹਾਂ ਦੇ ਦੱਸੇ ਸੀ ਨਾ, ਇੱਕ ਤਾਂ ਹੁੰਦੇ ਆ ਕੈਟਾਇਨ, ਠੀਕ ਹੈ, ਇੱਕ ਜਿਹੜੇ ਹੁੰਦੇ ਆ ਆਪਣੇ ਕੋਲੇ ਅਨਾਇਨ। ਇਹ ਦੋ ਹੀ ਦੱਸੇ ਸੀ ਨਾ, ਇੱਕ ਕੈਟਾਇਨ ਹੁੰਦੇ ਆ ਤੇ ਇੱਕ ਐਨਾਇਨ ਹੁੰਦੇ ਆ। ਕਲੀਅਰ ਹੈ ਨਾ? ਇੱਕ ਕੈਟਾਇਨ ਹੁੰਦੇ ਆ ਤੇ ਇੱਕ ਐਨਾਇਨ ਹੁੰਦੇ ਆ। ਹੁਣ ਮੈਂ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਡਿਟੇਲ ਦਿੱਤੀ ਸੀ ਕਿ ਕਿਹੜੀ ਚੀਜ਼ ਕਿੱਥੇ ਯੂਜ਼ ਹੁੰਦੀ ਹੈ ਤੇ ਇਹਨੂੰ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹ ਕੈਟਾਇਨ ਹੈ ਤੇ ਐਨਾਇਨ ਹੈ। ਠੀਕ ਹੈ, ਹੁਣ ਜਦੋਂ ਵੀ ਕਿਸੇ ਵੀ ਮੰਨ ਕੇ ਚੱਲੋ ਇਲੈਕਟ੍ਰੋ ਐਟਮ ਤੇ, ਠੀਕ ਹੈ, ਕਿਸੇ ਵੀ ਐਟਮ ਤੇ, ਠੀਕ ਹੈ, ਪੋਜ਼ਿਟਿਵ ਚਾਰਜ ਆਉਂਦਾ ਨਾ ਉਹਨੂੰ ਕਹਿੰਦੇ ਆ ਕੈਟਾਇਨ, ਤੇ ਜਿਹੜੇ ਐਟਮ ਤੇ ਨੈਗੇਟਿਵ ਚਾਰਜ ਆਉਂਦਾ ਉਹਨੂੰ ਕਹਿੰਦੇ ਆ ਐਨਾਇਨ। ਇੰਨਾ ਕਲੀਅਰ ਹੈ? ਜਦੋਂ ਪੋਜ਼ਿਟਿਵ ਚਾਰਜ ਆਉਂਦਾ ਉਦੋਂ ਕੀ ਹੁੰਦਾ ਕੈਟਾਇਨ, ਜਦੋਂ ਨੈਗੇਟਿਵ ਚਾਰਜ ਆਉਂਦਾ ਉਦੋਂ ਕੀ ਹੁੰਦਾ ਐਨਾਇਨ। ਹੁਣ ਪੋਜ਼ਿਟਿਵ ਚਾਰਜ ਕਦੋਂ ਆਉਂਦਾ? ਜਦੋਂ ਪ੍ਰੋਟੋਨਸ ਜ਼ਿਆਦਾ ਹੋ ਜਾਂਦੇ ਆ। ਠੀਕ ਹੈ, ਤੇ ਇਹਦੇ ਵਿੱਚ ਕੀ ਹੈ, ਜਦੋਂ ਇਲੈਕਟ੍ਰੋਨ ਦੀ ਸੰਖਿਆ ਜ਼ਿਆਦਾ ਹੋ ਜਾਂਦੀ ਹੈ। ਇੰਨਾ ਕਲੀਅਰ ਹੈ? ਇੰਨਾ ਕਲੀਅਰ ਹੈ ਹੁਣ ਕਿ ਜਦੋਂ ਕੈਟਾਇਨ ਕਦੋਂ ਆਉਂਦਾ ਹੈ, ਜਦੋਂ ਕੀ ਹੈ ਪ੍ਰੋਟੋਨਸ ਦੀ ਸੰਖਿਆ ਜ਼ਿਆਦਾ ਹੋ ਜਾਂਦੀ ਹੈ, ਉਹਨੂੰ ਕੈਟਾਇਨ ਕਹਿ ਦਿੰਦੇ ਆ, ਜਾਂ ਇਹ ਵੀ ਕਹਿ ਦਿੰਦੇ ਹੋ ਕਿ ਜਦੋਂ ਉਹਦੇ ਤੇ ਪੋਜ਼ਿਟਿਵ ਚਾਰਜ ਆ ਜਾਂਦਾ ਉਹ ਵੀ ਐਨਾਇਨ ਕੈਟਾਇਨ ਹੀ ਹੁੰਦਾ। ਠੀਕ ਹੈ, ਤੇ ਜਦੋਂ ਕੀ ਹੈ ਨੈਗੇਟਿਵ ਚਾਰਜ ਆ ਜਾਂਦਾ ਆਪਣੇ ਕੋਲੇ ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਐਨਾਇਨ। ਜਦੋਂ ਆਉਂਦਾ ਨੈਗੇਟਿਵ ਚਾਰਜ ਉਦੋਂ ਆਉਂਦਾ ਹੈ ਜਦੋਂ ਕੀ ਹੁੰਦੇ ਇਲੈਕਟ੍ਰੋਨ ਦੀ ਸੰਖਿਆ ਕੀ ਹੋ ਜਾਂਦੀ ਹੈ, ਜ਼ਿਆਦਾ ਹੋ ਜਾਂਦੀ ਹੈ। ਇੰਨਾ ਕਲੀਅਰ ਹੋ ਗਿਆ? ਹੁਣ ਚੱਲਦੇ ਆਪਾਂ ਅੱਗੇ, ਧਿਆਨ ਨਾਲ ਸੁਣ ਲਿਓ। ਹੁਣ ਆਪਾਂ ਗੱਲ ਕਰਨੀ ਹੈ ਮੈਟਲ ਦੀ ਤੇ ਨੋਨ ਮੈਟਲ ਦੀ। ਮੈਟਲ ਤੇ ਨੋਨ ਮੈਟਲ ਦੀ ਅੱਗੇ ਅਗਲੇ ਪੇਜ ਤੇ ਦੱਸ ਦਿੰਦਾ ਤੁਹਾਨੂੰ ਮੈਂ। ਹੁਣ ਦੇਖੋ, ਮੈਟਲ ਤੇ ਨੋਨ ਮੈਟਲ। ਹੁਣ ਜੇ ਮੈਂ ਤੁਹਾਨੂੰ ਆਇਨਸ ਸਮਝਾਏ ਆ ਤਾਂ ਇਹਨਾਂ ਦਾ ਜ਼ਰੂਰ ਇਹਨਾਂ ਨਾਲ ਕੋਈ ਲੈਣ ਦੇਣ ਹੋਊਗਾ ਤਾਂ ਹੀ ਸਮਝਾਏ ਆ। ਠੀਕ ਹੈ, ਮਤਲਬ ਇਹ ਜ਼ਰੂਰ ਇਹਨਾਂ ਦੇ ਟੌਪਿਕ 'ਚ ਕਿਤੇ ਨਾ ਕਿਤੇ ਆ ਕੇ ਬੈਠਦੇ ਆ। ਹੁਣ ਦੇਖੋ, ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਮੈਟਲ ਹੁੰਦੇ ਆ ਨਾ ਜਿਹੜੇ, ਇਹਨਾਂ ਨੂੰ ਕਹਿੰਦੇ ਆ ਇਲੈਕਟ੍ਰੋਨ ਡੋਨਰਸ। ਇਲੈਕਟ੍ਰੋਨ ਡੋਨਰਸ ਕਹਿੰਦੇ ਆ ਇਹਨਾਂ ਨੂੰ ਮੋਸਟਲੀ। ਜਨਰਲੀ ਫਿਰ ਇੱਕ ਆ ਵਰਡ ਤਾਂ ਯਾਦ ਰੱਖਣਾ ਹੀ ਰੱਖਣਾ ਬਸ, ਇਹਨਾਂ ਸਾਰਿਆਂ ਨੂੰ ਜਨਰਲੀ ਕਹਿੰਦੇ ਆ ਮੈਟਲਸ ਨੂੰ ਇਲੈਕਟ੍ਰੋਨ ਡੋਨਰਸ, ਡੀ। ਠੀਕ ਹੈ, ਡੋਨੇਟ ਕਰਨ ਵਾਲੇ ਮਤਲਬ। ਠੀਕ ਹੈ, ਇਲੈਕਟ੍ਰੋਨ ਡੋਨੇਟ ਕਰਨ ਵਾਲੇ। ਉਸ ਤੋਂ ਬਾਅਦ ਜਿਹੜੇ ਨੋਨ ਮੈਟਲ ਹੈ ਜਨਰਲੀ ਕੀ ਹੁੰਦੇ ਆ? ਉਹ ਹੁੰਦੇ ਆ ਆਪਣੇ ਕੋਲ ਇਲੈਕਟ੍ਰੋਨ ਐਕਸੈਪਟਰਸ, ਜਾਂ ਇਹਨਾਂ ਨੂੰ ਇਲੈਕਟ੍ਰੋਨ ਗੇਨਰਸ ਵੀ ਕਹਿ ਦਿੰਦੇ ਆ। ਠੀਕ ਹੈ, ਹੁਣ ਦੇਖੋ, ਜੇ ਮੰਨ ਕੇ ਚੱਲੋ ਤੁਹਾਨੂੰ ਐਗਜ਼ਾਮਪਲ ਦਿੰਦਾ ਮੈਂ, ਮੰਨ ਕੇ ਚੱਲੋ ਸੋਡੀਅਮ ਹੈ ਆਪਣੇ ਕੋਲੇ। ਠੀਕ ਹੈ, ਸੋਡੀਅਮ ਦੇ ਆਪਣੇ ਕੋਲ ਕੀ ਹੁੰਦੇ ਆ? ਇਹਦੇ ਪ੍ਰੋਪਰਟੀ ਹੁੰਦੀ ਹੈ, ਆਪਣੇ ਕਨਫੀਗਰੇਸ਼ਨ ਹੁੰਦੀ ਹੈ 281। ਠੀਕ ਹੈ, 281 ਹੁੰਦੀ ਹੈ ਨਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਦੋਂ ਲਾਸਟ ਤੇ 8 ਹੋਊਗਾ ਤਾਂ ਹੀ ਇਹ ਬੈਲੈਂਸ ਹੋਊਗਾ, ਅਦਰਵਾਈਜ਼ ਨਹੀਂ ਹੋਊਗਾ। ਤਾਂ ਇਹਨੂੰ ਲਾਸਟ ਵਾਲੇ ਨੂੰ ਕੀ ਕਹਿੰਦੇ ਆਪਾਂ? ਵੈਲੈਂਸ ਸ਼ੈਲ। ਠੀਕ ਹੈ, ਜੇ ਵੈਲੈਂਸ ਸ਼ੈਲ ਦੇ ਵਿੱਚ ਕੀ ਹੈ 8 ਹੋਣਗੇ ਤਾਂ ਜਿਹੜਾ ਸਟੇਬਲ ਹੋਊਗਾ ਐਟਮ, ਨਹੀਂ ਤਾਂ ਨਹੀਂ ਹੋਊਗਾ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਕੀ ਹੈ ਕਿ 7 ਲੈ ਨਹੀਂ ਸਕਦਾ, ਤਾਂ ਇਹ ਕੀ ਕਰੂਗਾ? ਇੱਕ ਨੂੰ ਕੀ ਕਰ ਦੂਗਾ? ਰਿਲੀਜ਼ ਕਰ ਦੂਗਾ, ਡੋਨੇਟ ਕਰ ਦੂਗਾ। ਠੀਕ ਹੈ, ਤੇ ਜੇ ਉਹ ਡੋਨੇਟ ਕਰੂਗਾ ਤਾਂ ਹੈ ਨਹੀਂ ਕਿ ਹਵਾ 'ਚ ਤੁਰਿਆ ਫਿਰੂਗਾ, ਤਾਂ ਉਹਨਾਂ ਨੂੰ ਉਹ ਇੱਕ ਨੂੰ ਕੌਣ ਲੈ ਲੂਗਾ? ਉਹ ਇੱਕ ਨੂੰ ਲੈ ਲੂਗਾ ਨੋਨ ਮੈਟਲ। ਠੀਕ ਹੈ, ਨੋਨ ਮੈਟਲ ਉਹਨੂੰ ਐਕਸੈਪਟ ਕਰ ਲੂਗਾ। ਕਲੀਅਰ ਹੈ ਨਾ? ਹੁਣ ਮੰਨ ਕੇ ਚੱਲੋ ਇਹਦੇ Cl ਚੱਲਿਆ, Cl ਕਹੂਗਾ ਜੀ ਇੱਕ ਮੈਂ ਲੈ ਲੈਂਦਾ। ਠੀਕ ਹੈ, ਉਹਦੇ ਕੋਲ Cl ਦੀ ਕਨਫੀਗਰੇਸ਼ਨ ਕੀ ਹੁੰਦੀ ਹੈ ਆਪਣੇ ਕੋਲ? 287। ਤਾਂ ਉਹਨੂੰ ਕਿੰਨੇ ਚਾਹੀਦੇ ਹੁੰਦੇ? ਇੱਕ। ਤਾਂ ਇੱਕ ਕਿੰਨੇ ਛੱਡਿਆ? ਸੋਡੀਅਮ ਨੇ ਛੱਡਤਾ ਇਧਰੋਂ, ਤਾਂ ਇੱਕ ਲੈ ਕੇ ਉਹ ਕੀ ਹੋ ਗਿਆ? 288। ਉਹ ਕੀ ਹੋ ਗਿਆ? ਬੈਲੈਂਸ ਹੋ ਗਿਆ। ਠੀਕ ਹੈ, ਇਧਰੋਂ ਕੀ ਹੋ ਗਿਆ? ਉਹਨੇ ਇੱਕ ਛੱਡਤਾ, 28 ਹੋ ਗਿਆ, ਤੇ ਉਹ ਵੀ ਕੀ ਹੋ ਗਿਆ? ਬੈਲੈਂਸ ਹੋ ਗਿਆ। ਹੁਣ ਇੱਕ ਚੀਜ਼ ਦਾ ਧਿਆਨ ਦਿਓ,
ਜਿਹੜਾ ਇੱਕ ਇਲੈਕਟ੍ਰੋਨ ਇਧਰੋਂ ਚਲਾ ਗਿਆ ਤਾਂ ਮਤਲਬ ਮੰਨ ਕੇ ਚੱਲੋ ਇਹਦੇ ਕੋਲ ਪਹਿਲਾਂ 11 ਸੀਗੇ ਤੇ 11 ਹੀ ਪ੍ਰੋਟੋਨ ਸੀ, ਤਾਂ ਇੱਕ ਜਦੋਂ ਇਹਨੇ ਇਲੈਕਟ੍ਰੋਨ ਕੱਢਤਾ ਤਾਂ 10 ਰਹਿ ਗਏ, ਤਾਂ ਪ੍ਰੋਟੋਨ ਕਿੰਨੇ ਹੋ ਗਏ 11, ਤਾਂ ਇਹਦੇ ਕੋਲ ਕਿਹੜਾ ਚਾਰਜ ਆ ਗਿਆ ਪਲੱਸ, ਇਹ ਕੀ ਬਣ ਗਿਆ Na ਪਲੱਸ ਬਣ ਗਿਆ। ਠੀਕ ਹੈ, ਹੁਣ ਇਹਦੇ ਕੋਲ ਕੀ ਸੀਗਾ, ਇਹਦੇ ਕੋਲ ਹੈਗੇ ਸੀ 17 ਪ੍ਰੋਟੋਨ ਤੇ 17 ਇਲੈਕਟ੍ਰੋਨ ਸੀਗੇ, ਤਾਂ ਇਹਨੇ ਇੱਕ ਲੈ ਲਿਆ ਤੇ ਇਲੈਕਟ੍ਰੋਨ ਕਿੰਨੇ ਹੋ ਗਏ 18, ਤਾਂ ਇਹਦੇ ਕੋਲ ਕਿਹੜਾ ਚਾਰਜ ਆ ਗਿਆ ਮਾਈਨਸ ਚਾਰਜ ਆ ਗਿਆ Na ਪਲੱਸ ਤੇ Cl ਮਾਈਨਸ। ਠੀਕ ਹੈ, ਤਾਂ ਹੁਣ ਪਲੱਸ ਵਾਲੇ ਨੂੰ ਕੀ ਕਵਾਂਗੇ ਆਪਾਂ, ਇਹ ਕੈਟਾਇਨ ਬਣ ਗਿਆ ਤੇ ਇਹ ਬਣ ਗਿਆ ਐਨਾਇਨ। ਕੈਟਾਇਨ ਕੌਣ ਬਣਿਆ, ਕੈਟਾਇਨ ਬਣਿਆ ਮੈਟਲ ਤੇ ਐਨਾਇਨ ਕੌਣ ਬਣਿਆ ਨੋਨ ਮੈਟਲ। ਇੰਨਾ ਕਲੀਅਰ ਹੋ ਗਿਆ। ਹੁਣ ਦੇਖੋ ਅੱਗੇ ਚੱਲਦੇ ਆ, Na ਪਲੱਸ ਸੀਗਾ Cl ਮਾਈਨਸ ਰਲ ਕੇ ਕੀ ਬਣਾਤਾ ਆਪਣੇ ਕੋਲ ਸੋਲਟ ਬਣ ਗਿਆ। ਠੀਕ ਹੈ, Na ਜਦੋਂ ਕੀ ਹੈ ਕੈਟਾਇਨ ਬਣ ਗਿਆ ਸੀ, ਇੱਧਰ ਕੀ ਹੈ ਆਪਣੇ ਕੋਲੇ ਐਨਾਇਨ ਬਣ ਗਿਆ ਸੀਗਾ, ਕਿਉਂਕਿ ਇਹਨੇ ਇੱਕ ਇਲੈਕਟ੍ਰੋਨ ਲਿਆ ਸੀ, ਇਹਨੇ ਦਿੱਤਾ ਸੀਗਾ। ਠੀਕ ਹੈ, ਇਹਦੇ ਤੇ ਪੋਜ਼ਿਟਿਵ ਚਾਰਜ ਆ ਗਿਆ ਸੀ, ਦੂਸਰੇ ਤੇ ਨੈਗੇਟਿਵ ਚਾਰਜ ਆ ਗਿਆ ਸੀ। ਹੁਣ ਇਹਨੇ ਮੈਂ ਦੱਸਣਾ ਕੀ ਚਾਹਨਾ ਹੈ, ਇੱਥੇ ਤਾਂ ਤੁਹਾਨੂੰ ਕਲੀਅਰ ਹੋ ਗਿਆ, ਤੇ ਇੱਥੇ ਮੈਂ ਦੱਸਣਾ ਇਹ ਚਾਹਣਾ ਕਿ ਵੈਲੈਂਸ ਸ਼ੈਲ ਬਾਰੇ ਦੱਸਿਆ ਨਾ ਉਹਨੇ ਤੁਹਾਨੂੰ ਮੈਂ। ਵੈਲੈਂਸ ਸ਼ੈਲ ਕੀ ਹੁੰਦਾ, ਜਿਹੜਾ ਆਊਟਰ ਮੋਸਟ ਸੈੱਲ ਹੁੰਦਾ, ਆਊਟਰ ਮੋਸਟ ਕੀ ਹੈ ਸ਼ੈਲ ਹੁੰਦਾ ਜਿਹੜਾ। ਠੀਕ ਹੈ, ਉਹਨੂੰ ਕਹਿੰਦੇ ਵੈਲੈਂਸ ਸ਼ੈਲ। ਉਹਦੇ ਵਿੱਚ ਕਿੰਨੇ ਹੋਣੇ ਚਾਹੀਦੇ ਇਲੈਕਟ੍ਰੋਨ, 8 ਹੋਣੇ ਚਾਹੀਦੇ ਆ। ਤਾਂ ਹਮੇਸ਼ਾ ਕੀ ਹੈ ਜਨਰਲੀ ਮੈਟਲ ਦੇ ਕੋਲ ਕੀ ਹੈ ਵੈਲੈਂਸ ਸ਼ੈਲ ਦੇ ਵਿੱਚ 1 2 ਜਾਂ 3 ਇਲੈਕਟ੍ਰੋਨ ਹੋਣਗੇ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਹੁਣੇ Na ਦਾ ਦੱਸਿਆ ਸੀਗਾ, ਇਹਦੇ ਕੋਲ ਕਿੰਨੇ ਸੀ 2 8 1, ਤਾਂ ਮੈਂ ਤੁਹਾਨੂੰ ਕਿਹਾ 1 2 3 ਹੋਣਗੇ, ਇਹਦੇ ਕੋਲ ਕਿੰਨੇ ਸੀ 1 ਸੀਗੇ, ਉਹੀ ਗੱਲ ਹੈ। ਠੀਕ ਹੈ, ਤੇ 1 2 3 ਉਹਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ 1 ਹੈ 2 ਹੈ ਜਾਂ 3 ਹੈ, ਤੇ ਇਹਦੇ ਵਿੱਚ ਕੀ ਹੈ 7 ਲਵਾਂਗੇ ਤਾਂ 8 ਹੋਊ, ਇਹਦੇ ਵਿੱਚ 6 ਜਾਂ ਇਹਦੇ ਵਿੱਚ 5, ਇੰਨੇ ਆਪਾਂ ਲੈ ਨਹੀਂ ਸਕਦੇ, ਤਾਂ ਕਰਕੇ ਰਿਲੀਜ਼ ਕਰਦੇ ਆ, ਤਾਂ ਹੀ ਇਹਨਾਂ ਨੂੰ ਕੀ ਕਹਿੰਦੇ ਆ ਮੈਟਲਸ ਨੂੰ ਇਲੈਕਟ੍ਰੋਨ ਡੋਨਰਸ। ਠੀਕ ਹੈ, ਹੁਣ ਕਲੀਅਰ ਹੋ ਗਿਆ ਕਨਸੈਪਟ ਕਿਉਂ ਇਹਨਾਂ ਨੂੰ ਇਲੈਕਟ੍ਰੋਨ ਡੋਨਰ ਕਹਿੰਦੇ ਆ। ਉੱਥੇ ਹੀ ਹੁਣ ਨੋਨ ਮੈਟਲ ਦੀ ਗੱਲ ਕਰਦੇ ਆ। ਨੋਨ ਮੈਟਲ ਦੇ ਜਿਹੜਾ ਵੈਲੈਂਸ ਸ਼ੈਲ ਹੁੰਦਾ ਨਾ ਉੱਪਰ ਵਾਲਾ ਵੈਲੈਂਸ ਸ਼ੈਲ, ਠੀਕ ਹੈ, ਉਹਦੇ ਵਿੱਚ ਕਿੰਨੇ ਹੁੰਦੇ ਆ 5 6 7 ਇੰਨੇ ਹੁੰਦੇ ਆ ਆਪਣੇ ਕੋਲ। ਠੀਕ ਹੈ, ਤੇ ਜੇ 5 6 7 ਆ ਉਹ ਸਾਰੇ ਰਿਲੀਜ਼ ਕਰ ਨਹੀਂ ਸਕਦੇ, ਤਾਂ ਉਹ ਕੀ ਹੈ ਜਾਂ ਤਾਂ 3 ਲੈ ਲੈਂਦੇ ਆ ਜਾਂ 2 ਜਾਂ 1, ਉਹ ਕਿੰਨਾ ਤੋਂ ਲੈਂਦੇ ਆ ਉਹ ਮੈਟਲ ਤੋਂ ਲੈਂਦੇ ਆ, ਤਾਂ ਕਰਕੇ ਇਹਨਾਂ ਨੂੰ ਕੀ ਕਹਿੰਦੇ ਆ ਇਲੈਕਟ੍ਰੋਨ ਐਕਸੈਪਟਰਸ। ਪਤਾ ਲੱਗ ਗਿਆ ਕਿਉਂ ਐਕਸੈਪਟਰ ਹੁੰਦੇ ਆ। ਹੁਣ ਇੱਕ ਚੀਜ਼ ਹੋਰ ਯਾਦ ਰੱਖ ਲਿਓ, ਇਲੈਕਟ੍ਰੋਨ ਜ਼ਿਆਦਾਤਰ ਕੀ ਹੁੰਦੇ ਆ, ਮੈਂ ਸ਼ੀਟ ਲੈ ਲਵਾਂ, ਮੇਰੀ ਸ਼ੀਟ ਹੀ ਖਤਮ ਹੋ ਗਿਆ। ਇਲੈਕਟ੍ਰੋਨ ਆਪਣੇ ਕੋਲ ਜ਼ਿਆਦਾ ਕੀ ਹੁੰਦੇ ਆ, ਇਲੈਕਟ੍ਰੋਨ ਹੁੰਦੇ ਆ ਕੈਟਾਇਨ, ਸੌਰੀ ਮੈਟਲਸ। ਠੀਕ ਹੈ, ਮੈਟਲਸ ਕੀ ਹੁੰਦੇ ਆ ਕੈਟਾਇਨ, ਤੇ ਮੋਸਟਲੀ ਜਿਹੜੇ ਨੋਨ ਮੈਟਲ ਕੀ ਹੁੰਦੇ ਆ ਉਹ ਹੁੰਦੇ ਆ ਐਨਾਇਨ, ਕਿਉਂਕਿ ਉਹਨਾਂ ਦੇ ਨੈਗੇਟਿਵ ਚਾਰਜ ਹੁੰਦਾ ਤੇ ਉਹਨਾਂ ਤੇ ਕੀ ਹੁੰਦਾ ਪੋਜ਼ਿਟਿਵ ਚਾਰਜ ਹੁੰਦਾ। ਇੰਨਾ ਕਲੀਅਰ ਹੋ ਗਿਆ। ਆਈ ਥਿੰਕ ਕਿਸੇ ਵੀ ਬੱਚੇ ਨੂੰ ਕੋਈ ਵੀ ਡਾਊਟ ਨਹੀਂ ਰਹਿਣਾ ਚਾਹੀਦਾ ਹੁਣ, ਕਿਉਂਕਿ ਮੈਂ ਜਿੰਨਾ ਹੋ ਸਕਦਾ ਸੀ ਐਕਸਪਲੇਨ ਕਰਤਾ ਤੁਹਾਨੂੰ। ਠੀਕ ਹੈ, ਜਿੰਨਾ ਹੋ ਸਕਦਾ ਸੀ। ਇੱਕ ਛੋਟੀ ਜਿਹੀ ਚੀਜ਼ ਰਹਿ ਗਈ ਲਾਸਟ ਤੇ, ਬਸ ਉਹ ਨੋਟ ਕਰ ਲਿਓ। ਜਿਹੜੇ ਮੈਟਲ ਹੁੰਦੇ ਆ ਨਾ ਜਨਰਲੀ, ਠੀਕ ਹੈ, ਮੋਸਟ ਆਫ ਦੀ ਮੈਟਲ ਜਿਹਨੂੰ ਤੁਸੀਂ ਕਹਿ ਦਿੰਦੇ ਆ ਉਹ ਕੀ ਹੁੰਦੇ ਆ ਆਪਣੇ ਕੋਲੇ ਬੇਸਿਕ ਹੁੰਦੇ ਆ ਨੇਚਰ ਦੇ ਵਿੱਚ, ਬੇਸਿਕ ਹੁੰਦੇ ਆ। ਠੀਕ ਹੈ, ਤੇ ਜਿਹੜੇ ਨੋਨ ਮੈਟਲ ਹੁੰਦੇ ਆ, ਨੋਨ ਮੈਟਲ ਕੀ ਹੁੰਦੇ ਆ ਉਹ ਐਸਿਡਿਕ ਹੁੰਦੇ ਆ। ਇੰਨਾ ਯਾਦ ਰੱਖ ਲਓ। ਹੁਣ ਇਹਦੇ ਵਿੱਚ ਇੱਕ ਐਕਸੈਪਸ਼ਨ ਹੈ। ਠੀਕ ਹੈ, ਐਕਸੈਪਸ਼ਨ ਇਹਦੇ ਵਿੱਚ ਕੀ ਹੈ, ਉਹ ਐਕਸੈਪਸ਼ਨ ਹੈ ਮੋਸਟ ਇੰਪੋਰਟੈਂਟ, ਇਸੇ ਚੈਪਟਰ ਦੀ ਮੋਸਟ ਇੰਪੋਰਟੈਂਟ ਐਕਸੈਪਸ਼ਨ ਆਓ। ਜੇ ਪੁੱਛਿਆ ਗਿਆ ਤਾਂ ਉਹਦੇ ਵਿੱਚੋਂ ਪੱਕਾ ਕੋਈ ਨਾ ਕੋਈ ਕੁਐਸਚਨ ਆਊਗਾ। ਜਿਹੜੇ 2 ਮੈਟਲ ਹੁੰਦੇ ਆ ਨਾ, ਧਿਆਨ ਨਾਲ ਦੇਖਿਓ ਹੁਣ ਇੱਧਰ, ਜ਼ਿੰਕ ਆਕਸਾਈਡ ਤੇ ਐਲੂਮੀਨੀਅਮ ਆਕਸਾਈਡ, ਇਹ ਮੋਸਟ ਇੰਪੋਰਟੈਂਟ ਹੈ। ਹੋਰ ਨੂੰ ਤਾਂ 1 2 ਹੋਰ ਲਿਖਾ ਦੂੰਗਾ ਤੁਹਾਨੂੰ, ਪਰ ਇਹ ਮੋਸਟ ਇੰਪੋਰਟੈਂਟ ਹੈ। 99% ਚਾਂਸ ਹੈ ਕਿ ਇਹਨਾਂ ਦੇ ਕੋਈ ਨਾ ਕੋਈ ਕੁਐਸਚਨ ਬਣ ਜਾਣਾ। ਤਾਂ ਇਹ ਦੋਨੋਂ ਜਿਹੜੇ ਮੈਟਲ ਹੈ ਨਾ, ਤੁਹਾਨੂੰ ਮੈਂ ਹੁਣੇ ਕੀ ਕਿਹਾ ਕਿ ਮੈਟਲ ਹੁੰਦੇ ਆ ਬੇਸਿਕ। ਠੀਕ ਹੈ, ਪਰ ਇਹ ਦੋਨੋਂ ਕੀ ਹੈ, ਇਹ ਹੈਗੇ ਆ ਐਮਫੋਟੈਰਿਕ। ਠੀਕ ਹੈ, ਹੁਣ ਇਹਨਾਂ ਕਿਉਂ ਸਪੈਲਿੰਗ ਨਹੀਂ ਆਉਂਦੀ ਇੰਗਲਿਸ਼, ਤੇ ਮੈਂ ਪੰਜਾਬੀ ਤਾਂ ਦੱਸਿਆ ਤਾਂ ਜੋ ਤੁਸੀਂ ਫਰੈਂਡਲੀ ਹੋ ਸਕੋ ਇਸ ਵਰਡ ਦੇ ਨਾਲ। ਐਮਫੋਟੈਰਿਕ ਹੁੰਦੇ ਆ। ਠੀਕ ਹੈ, ਐਮਫੋਟੈਰਿਕ ਦਾ ਮਤਲਬ ਕੀ ਹੁੰਦਾ ਹੈ ਕਿ ਜਿੱਥੇ ਇਹਨਾਂ ਨੂੰ ਲੋੜ ਪੈਂਦੀ ਹੈ ਐਸਿਡ ਬਣ ਜਾਂਦੇ ਆ, ਜਿੱਥੇ ਇਹਨਾਂ ਨੂੰ ਲੋੜ ਪੈਂਦੀ ਹੈ ਬੇਸਿਕ ਨੇਚਰ ਸ਼ੋ ਕਰ ਦਿੰਦੇ ਆ। ਠੀਕ ਹੈ, ਕਿਵੇਂ, ਹੁਣ ਜੇ ਮੰਨ ਲਓ ਤੁਸੀਂ ਇਹਨਾਂ ਨੂੰ ਜ਼ਿੰਕ ਆਕਸਾਈਡ ਨੂੰ ਕੀ ਕਰੋਗੇ ਐਸਿਡ ਨਾਲ ਰਲਾਓਗੇ ਤਾਂ ਇਹ ਬੇਸਿਕ ਬਣ ਜਾਊਗਾ, ਤੇ ਜੇ ਇਹਨੂੰ ਕੀ ਹੈ ਬੇਸਿਕ ਦੇ ਨਾਲ ਰਲਾਓਗੇ ਤਾਂ ਇਹ ਐਸਿਡਿਕ ਬਣ ਜਾਊਗਾ। ਇਹਨੇ ਫਾਰਮ ਕੀ ਕਰੂਗਾ ਨਿਊਟਰਲਾਈਜੇਸ਼ਨ, ਜਿਹੜਾ ਸੋਲਟ ਤੇ ਆਪਣੇ ਕੋਲ ਕੀ ਫਾਰਮ ਕਰੂਗਾ ਹੋਰ ਜਿਹੜਾ ਤੁਹਾਨੂੰ ਮੈਂ ਦੱਸਿਆ ਹੋਇਆ, ਤਾਂ ਹੀ ਉਹ ਨਿਊਟਰਲਾਈਜੇਸ਼ਨ ਵਾਟਰ। ਠੀਕ ਹੈ, H2O। ਕਲੀਅਰ ਹੈ ਇੰਨਾ, ਬਸ ਇੰਨਾ ਸਫੀਸ਼ੀਐਂਟ ਸੀਗਾ ਤੁਹਾਡੇ ਲਈ। ਜੇ ਫਿਰ ਵੀ ਕੋਈ ਡਾਊਟ ਰਹਿ ਗਿਆ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਦੱਸਣਾ ਹੀ ਦੱਸਣਾ। ਠੀਕ ਹੈ, ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਬਸ ਇੰਨਾ ਹੀ ਤੁਹਾਡਾ ਨੋਨ ਮੈਟਲ ਦਾ ਕਨਸੈਪਟ ਹੈ ਜਿਹੜਾ ਉਹ ਹੈਗਾ ਬੇਸਿਕ ਦੇ ਵਿੱਚ। ਕਹਿ ਦੋ ਜੇ ਡੀਪ ਜਾਣਾ ਤਾਂ ਕੋਈ ਵੀ ਚੈਪਟਰ ਦੇ ਵਿੱਚ ਡੀਪ ਜਾ ਸਕਦੇ ਹੋ ਤੁਸੀਂ, ਇਹ ਕੋਈ ਨਹੀਂ
ਕਿ ਲੰਬੇ ਨਹੀਂ ਚੈਪਟਰ ਦਾ 20 ਦਿਨਾਂ 'ਚ ਇੱਕ ਖਤਮ ਹੋਊਗਾ, ਇੰਨੇ ਲੈਂਥੀ ਚੈਪਟਰ, ਠੀਕ ਹੈ। ਪਰ ਇਹ ਮੈਂ ਤਾਂ ਕਰਾ ਰਿਹਾ, ਤੁਸੀਂ ਹਰ ਇੱਕ ਚੈਪਟਰ ਨਾਲ ਫਰੈਂਡਲੀ ਹੋ ਸਕੋ। ਕੱਲ ਕਰਾਂਗੇ ਆਪਾਂ ਨਵਾਂ ਚੈਪਟਰ, ਹੁਣ ਬਹੁਤ ਵਧੀਆ ਉਹ ਵੀ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।